ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰੂ ਪਿਆਰਿਓ, ਜਿੱਦਾਂ ਅਸੀਂ ਸਾਰੇ ਜਾਣਦੇ ਹਾਂ ਕਿ ਕੁਝ ਰੋਜ਼ ਪਹਿਲਾਂ ਹਿੰਦ ਹਕੂਮਤ ਦਹਿਸ਼ਤਗਰਦਾਂ ਵੱਲੋਂ ਇੱਕ ਪੰਜਾਬ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸਾਜ਼ਿਸ਼ ਕਰਕੇ, ਜੋ ਕਿਸੇ ਮਾਂ ਦਾ ਪੁੱਤ ਸੀ, ਕਿਸੇ ਭੈਣ ਦਾ ਭਰਾ ਸੀ, ਜੋ ਦੀਪ ਸਿੱਧੂ। ਸੋ ਪੰਜਾਬ ਦੇ ਜਾਇਆਂ ਦਾ ਜਦੋਂ ਹਿੰਦੁਸਤਾਨੀ ਦਹਿਸ਼ਤਗਰਦੀ ਕਤਲ ਕਰਦੀ ਆ ਤਾਂ ਉਦੋਂ ਦੁੱਖ ਜ਼ਰੂਰ ਹੁੰਦਾ ਆ। ਸੋ ਦੁੱਖ ਹੋਇਆ ਇਸ ਗੱਲ ਦਾ ਸਾਰਿਆਂ ਨੂੰ। ਨੌਜਵਾਨ ਆਪਣੇ ਹੱਕਾਂ ਲਈ ਸੁਚੇਤ ਹੋਣ, ਅਵੇਅਰ ਹੋਣ। ਨੌਜਵਾਨੀ ਜਿਹੜੀ ਆ ਉਹ ਆਪਣਾ ਕੌਮੀ ਘਰ ਸਿੱਖ ਰਾਜ ਖਾਲਿਸਤਾਨ ਲੈਣ ਵਾਸਤੇ ਸੁਚੇਤ ਹੋਵੇ, ਸੰਤਾਂ ਦੀ ਗੱਲ ਕਰੇ। ਸੋ ਇਹ ਚੰਗੀ ਗੱਲ ਆ, ਆਪਣੀ ਹੋਂਦ ਪਰੀ ਸੁਚੇਤ ਹੋਵੇ। ਸੋ ਪਰ ਨੌਜਵਾਨੀ ਨੂੰ ਨਾਲ ਨਾਲ ਜਿੱਥੇ ਆਪਣੇ ਹੱਕਾਂ ਲਈ, ਆਪਣੇ ਕੌਮੀ ਘਰ ਲੈਣ ਵਾਸਤੇ ਸੁਚੇਤ ਹੋਣ ਦੀ ਲੋੜ ਆ, ਉੱਥੇ ਨਾਲ ਨਾਲ ਗੁਰਮਤਿ ਸਿਧਾਂਤਾਂ ਤੋਂ ਜਾਣੂ ਹੋਣ ਦੀ ਵੀ ਬੜੀ ਲੋੜ ਆ। ਨੌਜਵਾਨੀ ਨੂੰ ਸੰਪੂਰਨ ਸੰਤ ਸਿਪਾਹੀ ਦਾ ਕੰਸੈਪਟ ਜਿਹੜਾ ਉਹ ਸਮਝਣ ਦੀ ਵੀ ਬੜੀ ਜ਼ਰੂਰਤ ਆ, ਬੜੀ ਲੋੜ ਆ। ਖਾਲਿਸਤਾਨ ਦੇ ਅਸਲੀ ਮੀਨਿੰਗਾਂ, ਅਰਥਾਂ ਨੂੰ ਸਮਝਣ ਦੀ ਲੋੜ ਆ। ਖਾਲਸੇ ਬਣਨ ਦੀ ਵੀ ਲੋੜ ਆ। ਆਪਣੀ ਹੋਂਦ ਜਿਹੜੀ ਖਤਰੇ ਵਿੱਚ ਆ ਸਿੱਖਾਂ ਦੀ, ਉਹ ਹੋਂਦ ਨੂੰ ਰੱਖਿਆ ਕਰਨ ਦੀ ਲੋੜ ਆ। ਹੋਂਦ ਕੀ ਆ, ਉਹ ਹੋਂਦ ਨੂੰ ਸਮਝਣ ਦੀ ਵੀ ਲੋੜ ਆ। ਸੋ ਇਹ ਆਪਾਂ ਕੁਝ ਗੱਲਾਂ ਵਿਚਾਰਾਂਗੇ। ਉਹ ਤੋਂ ਪਹਿਲਾਂ ਜਿਹੜਾ ਮਸਲਾ ਮੈਂ ਟਾਈਟਲ ਆਪ ਜੀ ਨੂੰ ਲਿਖਿਆ ਸੀਗਾ, ਜਿਹੜਾ ਇੱਕ ਪੰਥ ਵਿੱਚ ਦੁਬਿਧਾ ਪਾਉਣ ਵਾਲੀ ਗੱਲ ਕੀਤੀ ਜਾ ਰਹੀ ਆ, ਜੋ ਪੰਥ ਦੀ ਨੌਜਵਾਨੀ ਵਾਸਤੇ, ਪੰਥ ਵਾਸਤੇ ਘਾਟੇ ਵਾਲੀ ਗੱਲ ਆ। ਏਕਤਾ ਨੂੰ ਭੰਗ ਕਰਨ ਦੀਆਂ ਗੱਲਾਂ, ਨੌਜਵਾਨਾਂ ਨੂੰ ਪਾੜਨ ਦੀਆਂ ਗੱਲਾਂ ਕਰਨ ਵਾਸਤੇ, ਜਿਵੇਂ ਦੀਪ ਸਿੱਧੂ ਨੂੰ ਧੰਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂਵਾਲਿਆਂ ਦੇ ਨਾਲ ਰਲਾਇਆ ਜਾ ਰਿਹਾ। ਉਹਨਾਂ ਦੀਆਂ ਫੋਟੋਆਂ ਐਡਿਟ ਕਰਕੇ ਸੰਤਾਂ ਦੇ ਨਾਲ ਦੀਪ ਸਿੱਧੂ ਦੀਆਂ ਪਾਈਆਂ ਜਾ ਰਹੀਆਂ ਆ। ਇਹ ਜਿਹੜਾ ਰੁਝਾਨ ਆ ਸਾਡੇ ਵਾਸਤੇ ਚੰਗਾ ਨਹੀਂ। ਦੀਪ ਸਿੱਧੂ ਸੰਤਾਂ ਦੀ ਸੋਚ ਅਪਣਾਉਣ ਵਾਸਤੇ ਕੋਸ਼ਿਸ਼ ਕਰ ਰਿਹਾ ਸੀ। ਲੋਕ ਹੱਕਾਂ ਦੀ ਉਸਨੇ ਗੱਲ ਕੀਤੀ, ਇਸ ਦਾ ਸਤਿਕਾਰ ਕਰਦੇ ਹਾਂ। ਪਰ ਇਹ ਸੰਤਾਂ ਦੇ ਨਾਲ ਜਿਹੜੇ ਲਾਉਣ ਦੀ ਸਾਜ਼ਿਸ਼ ਆ ਨਾ, ਇਹ ਸਾਨੂੰ ਪਾੜਨ ਦੀ ਕੋਸ਼ਿਸ਼ ਹੋ ਰਹੀ ਆ। ਆਪਾਂ ਇਹ ਤੋਂ ਸੁਚੇਤ ਹੋਣਾ ਆ, ਕਿਉਂਕਿ ਕੁਝ ਜਿਹੜੇ ਭਾਵਨਾ ਦੇ ਵਹਾਅ ਵਿੱਚ ਵਹਿ ਕੇ ਜਾਂ ਕੁਝ ਸ਼ਰਾਰਤੀ ਅਨਸਰ ਜਿਹੜੇ ਚਾਹੁੰਦੇ ਆ ਵੀ ਸਿੱਖਾਂ ਵਿੱਚ ਏਕਤਾ ਨਾ ਹੋਵੇ, ਉਹ ਆਪਾਂ ਏਕਤਾ ਨੂੰ ਭੰਗ ਨਹੀਂ ਹੋਣ ਦੇਣਾ। ਆਪਾਂ ਏਕਤਾ ਬਣਾ ਕੇ ਚੱਲਣਾ ਆ। ਜਿਵੇਂ ਅੰਗਰੇਜ਼ੀ ਦੀ ਕਹਾਵਤ ਆ ਕਿ ਯੂਨਾਈਟਿਡ ਵੀ ਸਟੈਂਡ, ਡਿਵਾਈਡਡ ਵੀ ਫਾਲ। ਕਿ ਜੇ ਅਸੀਂ ਰਹਿੰਦੇ ਹਾਂ, ਯੂਨਾਈਟਿਡ ਹੋ ਕੇ, ਇਕੱਠੇ ਹੋ ਕੇ ਚੱਲਦੇ ਹਾਂ ਤਾਂ ਅਸੀਂ ਖੜ੍ਹੇ ਹੋ ਜਾਂਦੇ ਹਾਂ। ਜੇ ਅਸੀਂ ਡਿਵਾਈਡ ਹੋ ਜਾਂਦੇ, ਵੰਡੇ ਜਾਂਦੇ, ਅਸੀਂ ਥੱਲੇ ਡਿੱਗ ਪੈਂਦੇ। ਏਕਤਾ ਵਿੱਚ ਬਲ ਨੂੰ ਸਮਝਣਾ ਆ। ਮਹਾਰਾਜ ਜਿਵੇਂ ਗੁਰਬਾਣੀ ਵਿੱਚ ਬਚਨ ਕਹੇ ਆ ਕਿ ਗੁਰਮੁਖ ਬੈਠੋ ਸਫਾ ਵਿਛਾਏ, ਦੁਬਿਧਾ ਦੂਰ ਕਰੋ ਹੁਲੇ ਬੁਲਾਏ, ਹਰਨਾਮੇ ਕੀ ਹੋਵਹੁ ਜੋੜੀ। ਦੁਬਿਧਾ ਦੂਰ ਕਰੋ ਹੁਲੇ ਬੁਲਾਏ, ਗੁਰਮੁਖ ਬੈਠੋ ਸਫਾ ਵਿਛਾਏ, ਹਰਨਾਮੇ ਕੀ ਹੋਵਹੁ ਜੋੜੀ। ਦੁਬਿਧਾ ਦੂਰ ਕਰੋ ਹੁਲੇ ਬੁਲਾਏ। ਇਹ ਦੁਬਿਧਾ ਨਹੀਂ ਅਸੀਂ ਪੈਣ ਦੇਣੀ, ਏਕਤਾ ਸਹਿਤ ਅਸੀਂ ਚੱਲਣਾ ਆ। ਸੋ ਇੱਥੇ ਗੁਰਮੁਖਾਂ ਦੇ ਨਾਲ ਏਕਤਾ ਦੀ ਗੱਲ ਕੀਤੀ ਹੈ, ਗਦਾਰਾਂ ਦੇ ਨਾਲ ਨਹੀਂ। ਗਦਾਰਾਂ ਨਾਲ ਅਸੀਂ ਏਕਤਾ ਨਹੀਂ ਕਰਨੀ, ਵੀ ਖਿਆਲ ਰੱਖਣਾ ਹੁੰਦਾ ਆ। ਜਿਵੇਂ ਡੋਗਰਿਆਂ ਨਾਲ ਏਕਤਾ ਹੋਈ ਸੀ, ਉਹਨਾਂ ਨੁਕਸਾਨ ਕੀਤਾ ਨਾ। ਰਹੋ ਵਿਚਾਰ, ਆਪਾਂ ਏਕਤਾ ਨੂੰ ਨਹੀਂ ਭੰਗ ਹੋਣ ਦੇਣਾ। ਇਹ ਏਕਤਾ ਨੂੰ, ਨੌਜਵਾਨੀ ਦੀ ਏਕਤਾ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ। ਸੋ ਇਸ ਕਰਕੇ ਸ਼ਰਾਰਤੀ ਅਨਸਰ ਚਾਹੁੰਦੇ ਆ ਵੀ ਜਿਨ੍ਹਾਂ ਦੇ ਧੁਰੰਦਰ ਵਿੱਚ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵਸੇ ਹੋਏ ਆ, ਉਹ ਸੰਤਾਂ ਦੇ ਬਰਾਬਰ ਹੋਰ ਕਿਸੇ ਨੂੰ ਉਹਨਾਂ ਦੇ ਨਾਲ ਬਰਾਬਰਤਾ ਦੇਣ ਦੀ ਗੱਲ ਜਦੋਂ ਕੀਤੀ ਜਾਊਗੀ ਤਾਂ ਉਹਨਾਂ ਵੱਲੋਂ ਕੋਈ ਪ੍ਰਤੀਕਰਮ ਆਊਗਾ, ਅਤੇ ਉਸ ਪ੍ਰਤੀਕਰਮ ਦੇ ਰੋਸ ਵਿੱਚ ਦੀਪ ਸਿੱਧੂ ਨਾਲ ਪਿਆਰ ਕਰਨ ਵਾਲੇ ਕੋਈ ਪ੍ਰਤੀਕਰਮ ਦੇਣਗੇ। ਇਸ ਤਰ੍ਹਾਂ ਨੌਜਵਾਨ ਵਿੱਚ ਆਪਸ ਵਿੱਚ ਹੀ ਲੜਾਈ ਹੋਊਗੀ, ਆਪਸ ਵਿੱਚ ਹੀ ਬਹਿਸ ਪੈਣਗੇ। ਇਹ ਗੱਲ ਕਰਨ ਵਾਸਤੇ ਜਾਣਬੁੱਝ ਕੇ ਕੀਤਾ ਜਾ ਰਿਹਾ। ਆਪਾਂ ਇਸ ਗੱਲ ਤੋਂ ਸੁਚੇਤ ਅਵੇਅਰ ਰਹਿਣਾ ਹੈ। ਭਾਵਨਾ ਦੇ ਵੇਗ ਵਿੱਚ ਬਹਿ ਕੇ ਕੇਵਲ ਭਾਵਨਾ ਚੰਗੀ ਗੱਲ ਆ, ਭਾਵਕ ਹੋਣਾ ਚਾਹੀਦਾ ਆ। ਪਰ ਭਾਵਨਾ ਵਿੱਚ ਸੱਚ ਹੋਵੇ, ਭਾਵਨਾ ਨਾਲ ਸੁਚੇਤ ਅਵੇਅਰ ਵੀ ਰਹਿਣਾ। ਸੋ ਇਸ ਕਰਕੇ ਇਕੱਲੇ ਭਾਵਨਾ ਦੇ ਵੇਗ ਵਿੱਚ ਨਹੀਂ ਬਹਿ ਜਾਣਾ, ਜਾਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀਆਂ ਜਾ ਰਹੀਆਂ ਚਾਲਾਂ ਦੇ ਵਿੱਚ ਆਪਾਂ ਨਹੀਂ ਫਸਣਾ। ਏਕਤਾ ਨੂੰ ਆਪਾਂ ਬਣਾ ਕੇ ਰੱਖਣਾ ਆ। ਸੋ ਇੱਕ ਤਾਂ ਇਹ ਸ਼ਰਾਰਤ ਹੈ ਕਿਸੇ ਦੀ
ਤੋ ਦੂਸਰੀ ਗੱਲ ਇਹ ਆ ਵੀ ਜਿਹੜੇ ਸੰਤ ਮਹਾਂਪੁਰਖ ਹੁੰਦੇ ਆ, ਬ੍ਰਹਮ ਗਿਆਨੀ ਹੁੰਦੇ ਆ, ਉਹਨਾਂ ਦੇ ਬਰਾਬਰ ਆਪਾਂ ਹਰੇਕ ਨੂੰ ਨਹੀਂ ਖਿਲਾਰ ਸਕਦੇ ਹੁੰਦੇ। ਇਹ ਗੁਰਬਾਣੀ ਦਾ ਫੈਸਲਾ। ਆਪਾਂ ਗੁਰਬਾਣੀ ਕੋ ਆਪਾਂ ਸੇਧ ਲੈਣੀ ਆ, ਆਪਾਂ ਗੁਰਬਾਣੀ ਕੋ ਸੇਧ ਲੈ ਕੇ ਚੱਲਣਾ ਆ, ਗੁਰੂ ਦਾ ਓਟ ਆਸਰਾ ਲੈ ਕੇ ਚੱਲਣਾ। ਆਪਾਂ ਗੁਰਬਾਣੀ ਸਤਿਗੁਰੂ ਸਾਹਿਬ ਦਾ ਬਚਨ ਆ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰੂ ਸਾਹਿਬ ਸਭ ਤੋਂ ਵੱਡੇ, ਉਹਨਾਂ ਨੂੰ ਵੱਡੇ ਮੰਨ ਕੇ ਚੱਲਣਾ। ਵੱਡੇ ਕਹਿਣਾ ਨਹੀਂ ਹੁੰਦਾ, ਵੱਡੇ ਦੀ ਗੱਲ ਵੀ ਮੰਨਣੀ ਹੁੰਦੀ ਆ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਵੱਡੇ ਆ ਗੁਰੂ, ਉਹਨਾਂ ਦੀ ਗੱਲ ਅਟਲ ਫੈਸਲਾ, ਆਖਰੀ ਫੈਸਲਾ ਹੈ, ਸੱਚ ਫੈਸਲਾ ਹੈ। ਗੁਰਬਾਣੀ ਵੱਜੀ ਚਹੁੰ ਜੋਗੀ ਸੱਚੋ ਸੱਚ ਸੁਣਾਏ। ਸੋ ਇਸ ਤਰ੍ਹਾਂ ਮਹਾਰਾਜ ਜੀ ਗੁਰਬਾਣੀ 'ਚ ਫਰਮਾਉਂਦੇ ਆ, ਪੰਡਤ ਸੂਰ ਛਤਰਪਦ ਰਾਜਾ ਭਗਤ ਬਰਾਬਰ ਔਰ ਨਾ ਕੋਈ। ਇਹ ਜੇ ਕਿਸੇ ਮਨ ਥੋੜ੍ਹਾ ਜਿਹਾ ਦੁਬਦਾ ਨਾ ਪਵੇ ਤਾਂ ਮੈਂ ਬੇਨਤੀ ਕਰ ਰਿਹਾ ਵੀ ਇਹ ਗੁਰਮਤ ਅਨੁਸਾਰ ਵੀ ਸਹੀ ਨਹੀਂ ਆ। ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖਾਂ ਦੇ ਨਾਲ ਇਸ ਤਰ੍ਹਾਂ ਬਰਾਬਰਤਾ ਦੇਣੀ ਦੀਪ ਸਿੱਧੂ ਨੂੰ, ਇਹਦਾ ਇਹ ਮਤਲਬ ਨਹੀਂ ਆ ਵੀ ਉਹਦੇ ਨਾਲ ਈਰਖਾ ਦੀ ਗੱਲ ਹੈ ਜਾਂ ਉਹਨੂੰ ਨੀਵਾਂ ਵਿਖਾਉਣ ਦੀ ਗੱਲ, ਬਿਲਕੁਲ ਨਹੀਂ ਐਸੀ ਗੱਲ। ਸਾਡੀ ਨੌਜਵਾਨੀ ਹੱਕਾਂ ਲਈ ਅਵੇਰ ਸੁਚੇਤ ਹੋਵੇ, ਸਾਨੂੰ ਖੁਸ਼ੀ ਆ। ਸੋ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਵੀ ਸਿੱਖ ਨੌਜਵਾਨੀ ਜਿਹੜੀ ਆ, ਸਾਡੀ ਨੌਜਵਾਨੀ ਪੰਜਾਬ ਦੀ ਜਿਹੜੀ ਆ, ਉਹ ਕੇਵਲ ਸਿਪਾਹੀ ਦੇ ਕਨਸੈਪਟ ਉੱਤੇ ਜ਼ੋਰ ਨਾ ਇਕੱਲਾ ਦੇਵੇ, ਉਹ ਸੰਤ ਵੀ ਬਣੇ, ਸੰਤ ਸਿਪਾਹੀ ਦਾ ਸੰਪੂਰਨ ਕਨਸੈਪਟ ਅਪਣਾਵੇ। ਸਿੱਖੀ ਦੇ ਨਾਲ, ਸਿੱਖੀ ਸਿਧਾਂਤਾਂ ਤੋਂ ਵੀ ਜਾਣੂ ਹੋਵੇ, ਗੁਰਸਿੱਖੀ ਨਾਲ ਵੀ ਜੁੜੇ, ਆਪਣੇ ਕੌਮੀ ਹੱਕਾਂ ਲਈ ਸੁਚੇਤ ਹੋਵੇ। ਸੋ ਇਹ ਬੇਨਤੀ ਕੇਵਲ ਤਾਂ ਹੈ ਵੀ ਦੁਬਿਧਾ ਵਿੱਚ ਨਹੀਂ ਅਸੀਂ ਪੈਣਾ, ਕਿਉਂਕਿ ਇਹ ਗੁਰਮਤਿ ਦਾ ਸਿਧਾਂਤ, ਅਸੀਂ ਗੁਰੂ ਤੋਂ ਉਲਟ ਨਹੀਂ ਚੱਲਣਾ ਹੈ। ਗੁਰਬਾਣੀ 'ਚ ਮਹਾਰਾਜ ਜੀ ਫਰਮਾਉਂਦੇ ਆ, ਪੰਡਤ ਸੂਰ ਛਤਰਪਦ ਰਾਜਾ ਭਗਤ ਬਰਾਬਰ ਔਰ ਨਾ ਕੋਈ। ਚਾਹੇ ਕੋਈ ਪੰਡਤ ਵਿਦਵਾਨ ਹੋਵੇ, PhD ਡਾਕਟਰ ਹੋਵੇ, ਚਾਹੇ ਕੋਈ ਜਿਸ ਤਰ੍ਹਾਂ ਸੂਰਮਾ ਹੋਵੇ, ਸੂਰਮਤਾਂ ਦੀਆਂ ਗੱਲਾਂ ਕਰਨ ਵਾਲਾ ਚਾਹੇ ਸੂਰਮਾ ਹੋਵੇ, ਚਾਹੇ ਛਤਰਪਤੀ ਰਾਜਾ ਹੋਵੇ, ਮਹਾਰਾਜ ਜੀ ਕਹਿੰਦੇ ਭਗਤ ਦੇ ਬਰਾਬਰ ਕੋਈ ਨਹੀਂ ਹੈ। ਇਸ ਕਰਕੇ ਸੰਤ ਬਾਬਾ ਜਰਨੈਲ ਸਿੰਘ ਜੀ ਭਗਤ ਵੀ ਹਨ। ਇਸ ਕਰਕੇ ਬ੍ਰਹਮ ਗਿਆਨੀ ਦੇ ਨਾਲ ਤੁਲਨਾ ਕਿ ਬ੍ਰਹਮ ਗਿਆਨੀ ਨੂੰ ਦਿੱਤੀ ਜਾ ਸਕਦੀ ਆ, ਤੋ ਹੋਰ ਆਪਾਂ ਨਹੀਂ ਕਿਸੇ ਨੂੰ, ਮਹਾਰਾਜ ਕਹਿੰਦੇ ਭਗਤ ਦੇ ਬਰਾਬਰ ਹੋਰ ਕੋਈ ਨਹੀਂ ਆ। ਇਸ ਕਰਕੇ ਗੁਰਮਤ ਉਲਟ ਨਹੀਂ ਜਾਣਾ। ਇਹਦਾ ਇਹ ਮਤਲਬ ਨਹੀਂ ਸਮਝਣਾ ਵੀ ਇਹ ਦੀਪ ਸਿੱਧੂ ਨੂੰ ਨੀਵਾਂ ਜਾਂ ਈਰਖਾ, ਐਸੀ ਗੱਲ ਨਹੀਂ, ਬਿਲਕੁਲ ਨਹੀਂ ਐਸਾ ਸੋਚਣਾ। ਅਸੀਂ ਸੁਚੇਤ ਰਹਿਣਾ, ਗੁਰਮਤ ਨੂੰ, ਗੁਰੂ ਨੂੰ ਮੁੱਖ ਰੱਖ ਕੇ ਚੱਲਣਾ ਆ। ਅਤੇ ਦੂਜੀ ਗੱਲ ਜਿਹੜੀ ਆ, ਇਹ ਸ਼ਰਾਰਤ ਕੀਤੀ ਜਿਹੜੀ ਜਾ ਰਹੀ ਹੈ ਜਾਣ ਬੁੱਝ ਕੇ। ਦੀਪ ਸਿੱਧੂ ਦੇ ਖੁਦ ਨਹੀਂ ਇਹ ਗੱਲ ਚਾਹੁੰਦਾ। ਨੌਜਵਾਨ ਕਈ ਦੱਸਦੇ ਵੀ ਉਹ ਸਰੋਪਾ ਲੈਣਾ ਹੁੰਦਾ ਸੀ, ਸਰੋਪਾ ਦਿੰਦੇ ਸੀ, ਉਸਨੂੰ ਸਰੋਪਾ ਨਹੀਂ ਸੀ ਲੈਂਦਾ, ਕਹਿੰਦਾ ਮੇਰੇ ਕਾਬਲ ਨਹੀਂ, ਉਹਦੀ ਨਿਰਮਾਨਤਾ ਸੀ। ਇਸ ਕਰਕੇ ਉਹ ਖੁਦ ਨਹੀਂ ਚਾਹੁੰਦਾ ਇਹ ਗੱਲ। ਇਸ ਕਰਕੇ ਭਾਵਨਾ ਦੇ ਵੇਗ ਵਿੱਚ ਆਪਾਂ ਤੇ ਦੀਪ ਸਿੱਧੂ ਦੀ ਆਤਮਾ ਨੂੰ ਵੀ ਦੁਖੀ ਕਰਾਂਗੇ ਫਿਰ। ਸੋ ਐਸਾ ਨਹੀਂ ਕਰਨਾ, ਆਪਾਂ ਏਕਤਾ ਬਣਾਈ ਰੱਖਣੀ ਆ। ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖਾਂ ਦਾ ਸਥਾਨ ਆ, ਆਪਾਂ ਉਹਦਾ ਸਤਿਕਾਰ ਕਰਨਾ ਆ। ਆਪਾਂ ਦੀਪ ਸਿੱਧੂ ਜਾਂ ਹੋਰ ਕਿਸੇ ਦੀ ਫੋਟੋ ਐਡਿਟ ਕਰਕੇ ਗਾਂ ਸ਼ੇਅਰ ਨਹੀਂ ਕਰਨੀ। ਇਹ ਦੁਬਿਧਾ 'ਚ ਨਹੀਂ ਪੈਣਾ, ਏਕਤਾ ਬਣਾ ਕੇ ਰੱਖਣੀ ਆ। ਸੋ ਜਿਹੜੀ ਸਾਡੀ ਨੌਜਵਾਨੀ ਬੜੀ ਬਰਾਗਮਈ ਹੋਈ, ਦੀਪ ਸਿੱਧੂ ਦੇ ਜਾਣ ਕਰਕੇ ਦੁੱਖ ਹੋਇਆ, ਨੌਜਵਾਨੀ ਸੋ ਵਿਆਕੁਲ ਹੋਈ ਆ। ਮੰਜ਼ਿਲ ਜਿਹੜੀ ਉਹ ਦੂਰ ਦਿਸ ਰਹੀ ਆ, ਰਾਹ ਨਹੀਂ ਕੋਈ ਲੱਭ ਰਿਹਾ। ਨੌਜਵਾਨੀ ਜੇ ਸੱਚਮੁੱਚ ਹੀ ਕੌਮ ਦਾ, ਪੰਥ ਦਾ ਦਰਦ ਰੱਖਦੀ ਆ, ਤਾਂ ਫਿਰ ਸਾਨੂੰ, ਜਿਵੇਂ ਦੀਪ ਸਿੱਧੂ ਦੇ ਸੱਚਮੁੱਚ ਹੀ ਦਰਦ ਰੱਖਦੇ ਨੇ ਨੌਜਵਾਨ, ਤਾਂ ਫਿਰ ਸਾਨੂੰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਚੱਲਣਾ ਚਾਹੀਦਾ। ਜੇ ਵਾਕਿਆ ਪੰਥ ਦਾ ਦਰਦ ਹੈ, ਪੰਥ ਲਈ ਕੁਝ ਅਸੀਂ ਕਰਨਾ ਚਾਹੁੰਦੇ ਹਾਂ, ਤਾਂ ਮੰਜ਼ਿਲ ਦੀ ਪ੍ਰਾਪਤੀ ਚਾਹੁੰਦੇ ਹਾਂ, ਕੌਮੀ ਕਰ ਹਲੀਮੀ ਰਾਜ ਜਾਂ ਖਾਲਿਸਤਾਨ ਚਾਹੁੰਦੇ ਹਾਂ, ਜਿਹਨੂੰ ਗੁਰਬਾਣੀ ਨੇ ਰਾਜ ਜੋਗ ਕਿਹਾ ਆ। ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਸਭ ਸੁਖਾਲੀ ਬੁੱਠੀਆ, ਇਹੋ ਹੋਆ ਹਲੀਮੀ ਰਾਜ ਜੀਓ। ਸੋ ਜੋ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ, ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਸੋ ਜੇ ਵਾਕਿਆ ਹੀ ਨੌਜਵਾਨੀ ਉਸ ਕੌਮੀ ਘਰ ਤੱਕ ਪਹੁੰਚਣਾ ਚਾਹੁੰਦੀ ਆ, ਜੇ ਕੁਝ ਮੰਜ਼ਿਲ ਪ੍ਰਾਪਤ ਕਰਨਾ ਚਾਹੁੰਦੀ ਆ, ਤਾਂ ਇੱਕ ਰਾਸਤਾ ਹੈਗਾ ਕਿ ਅਸੀਂ ਗੁਰੂ ਸਾਹਿਬ ਦਾ ਲੜ ਫੜ ਲਈਏ, ਗੁਰੂ ਸਾਹਿਬ ਨੂੰ ਆਪਣੀ ਬਾਂਹ ਫੜਾ ਦਈਏ, ਗੁਰੂ ਦਾ ਪੱਲਾ ਫੜ ਲਈਏ। ਅਸੀਂ ਗੁਰੂ ਅਨੁਸਾਰੀ ਹੋ ਜਾਈਏ। ਗੁਰੂ ਸਾਹਿਬ ਜੀ ਸਾਨੂੰ ਸਾਡੀ ਮੰਜ਼ਿਲ 'ਤੇ ਪਹੁੰਚਾ ਸਕਦੇ ਆ, ਉਸ ਤਰ੍ਹਾਂ ਹੋਰ ਕੋਈ ਰਾਸਤਾ ਨਹੀਂ ਆ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ ਭਾਈ ਵੀ ਜਦੋਂ ਗੁਰੂ ਵੱਲ ਹੋ ਜਾਏ, ਗੁਰੂ ਜਦੋਂ ਥਾਪੜਾ ਦੇ ਦੇਵੇ ਨਾ, ਅਤੇ ਫਿਰ ਮੰਜ਼ਿਲਾਂ ਦੀ ਪ੍ਰਾਪਤੀ ਜ਼ਰੂਰ ਹੁੰਦੀ ਆ। ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਕਦੇ ਵਾਸਤੇ ਨਹੀਂ ਹੁੰਦੀ ਹੈ। ਗੁਰੂ ਤੋਂ ਬਿਨਾਂ ਮਹਾਰਾਜ ਕਹਿੰਦੇ ਸਤਿਗੁਰ ਦੇ ਜੋ ਮੋਹ ਫੇਰੇ ਉਹ ਭਰਮਦੇ ਨਾ ਟਿਕਣ। ਜੋ ਗੁਰੂ ਤੋਂ ਮੋਹ ਫੇਰ ਲੈਂਦੇ ਆ, ਉਹ ਮਹਾਰਾਜ ਜੀ ਕਹਿੰਦੇ ਭਰਮਦੇ ਰਹਿੰਦੇ ਆ। ਅਸੀਂ ਵੀ ਹੁਣ ਭਰਮ ਹੀ ਰਹੇ ਹਾਂ, ਸਾਨੂੰ ਕੋਈ ਮੰਜ਼ਿਲ ਦੀ ਪ੍ਰਾਪਤੀ ਨਹੀਂ ਅਜੇ ਤੱਕ ਹੋ ਰਹੀ ਹੈ। ਸੋ ਨਿਗਰ ਕੋਈ ਪ੍ਰਾਪਤੀ ਨਹੀਂ ਕਰ ਪਾ ਰਹੇ ਹਾਂ।
ਇਸ ਕਰਕੇ ਨਾਲ ਮੈਂ ਇਹ ਵੀ ਗੱਲ ਐਡ ਕਰ ਦਿਆਂ ਵੀ ਇਹ ਆਪਾਂ ਰੁਝਾਨ ਵੀ ਪੈਦਾ ਨਹੀਂ ਹੋਣ ਦੇਣਾ ਹੈ ਵੀ ਮੈਂ ਕਿਸੇ ਇੱਕ ਨੌਜਵਾਨ ਨੂੰ ਬੇਨਤੀ ਕੀਤੀ ਕਿ ਵੀਰ ਤੂੰ ਸਿੱਖ ਬਣ, ਅੰਮ੍ਰਿਤ ਛਕ, ਸਿੱਖੀ ਸਰੂਪ ਵਿੱਚ ਆ, ਅਤੇ ਉਹਨ ਅੱਗੋਂ ਮੈਨੂੰ ਇਹ ਉਦਾਹਰਨ ਦਿੱਤੀ। ਮੈਂ ਪੁੱਛਿਆ ਵੀ ਤੂੰ ਅੰਮ੍ਰਿਤ ਛਕਿਆ? ਉਹਨੂੰ ਪੁੱਛਿਆ ਵੀ ਤੂੰ ਸਿੰਘ ਸੱਜਿਆ? ਜੋ ਗੁਰੂ ਦਾ ਸਿਧਾਂਤ ਆ ਸਿੱਖੀ ਸਰੂਪ ਵਿੱਚ ਆਉਣਾ। ਸੋ ਤਾਂ ਉਹ ਅੱਗੋਂ ਕਹਿੰਦਾ ਉਹਨੇ ਭਾਈ ਸੁੱਖਾ ਜਿੰਦਾ ਦੀ, ਭਾਈ ਦਿਲਾਵਰ ਸਿੰਘ ਜੀ ਕੌਮੀ ਸੂਰਮਿਆਂ ਦੀ ਅਤੇ ਨਾਲ ਦੀਪ ਸਿੱਧੂ ਦੀ ਵੀ ਉਦਾਹਰਨ ਦੇ ਦਿੱਤੀ। ਤੋ ਇਹ ਅਸੀਂ ਸੂਰਮਿਆਂ ਜਿਹੜੇ ਸੁੱਖਾ ਜਿੰਦਾ ਆ, ਭਾਈ ਦਿਲਾਵਰ ਸਿੰਘ ਆ, ਇਹਨੂੰ ਡਿਫੈਂਸ ਵਿੱਚ ਨਹੀਂ ਲੈਣਾ ਵੀ ਆਪਣੇ ਬਚਾਅ ਵਾਸਤੇ ਡਿਫੈਂਸ ਨਹੀਂ ਜੀ ਗੱਲ ਵਰਤਣੀ। ਇਹ ਬਿਲਕੁਲ ਅਸੀਂ ਸਿੱਖੀ ਸਿਧਾਂਤਾਂ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਅਸੀਂ ਸਿੱਖੀ ਸਰੂਪ ਵਿੱਚ ਆਉਣਾ ਆਪ ਨਹੀਂ ਚਾਹੁੰਦੇ, ਸਿੱਖੀ ਸਿਧਾਂਤਾਂ ਗੁਰੂ ਦੀ ਗੱਲ ਪੂਰਨ ਰੂਪ ਵਿੱਚ ਆਪ ਨਹੀਂ ਮੰਨਣਾ ਚਾਹੁੰਦੇ, ਤਾਂ ਅਸੀਂ ਉਹਨਾਂ ਸੂਰਮਿਆਂ ਦੀ ਗੱਲ ਨੂੰ ਅੱਗੇ ਰੱਖ ਦਈਏ। ਇਹ ਬਿਲਕੁਲ ਗਲਤ ਗੱਲ ਆ। ਉਹ ਸਿੱਖੀ ਸਿਧਾਂਤ ਨੂੰ ਪ੍ਰਣਾਏ ਸਨ, ਸਿੱਖੀ ਸਿਧਾਂਤ ਨੂੰ ਮੰਨਦੇ ਸਨ। ਭਾਈ ਸੁੱਖਾ, ਭਾਈ ਜਿੰਦਾ, ਧੰਨ ਸ੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਨੇ ਉਹਨਾਂ ਨੂੰ ਜੇਲ੍ਹ ਵਿੱਚ ਚੋਲੇ ਭੇਜੇ, ਸਾਬਤ ਸੂਰਤ ਹੋਏ, ਸਿੱਖ ਬਣੇ ਉਹ। ਸੋ ਕਿਸੇ ਉਹ ਪਲਾਨ ਹਿੱਤ ਚੱਲਦੇ ਹੋਏ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਕੇ ਫਿਰ ਉਹ ਸਿੱਖੀ ਸਰੂਪ ਵਿੱਚ ਆ ਗਏ ਆ, ਬਾਣੇ ਧਾਰਨ ਕੀਤੇ, ਦਾੜੀ ਕੇਸ ਰੱਖ ਲਏ ਉਹਨਾਂ। ਸੋ ਇਹ ਲੰਮੀ ਵਿਚਾਰ ਹੋ ਜਾਏਗੀ, ਮੇਦਰ ਨਾ ਪੈਣਾ, ਇੱਕ ਵੱਖਰਾ ਵਿਸ਼ਾ ਆ, ਪਰ ਆਪਾਂ ਡਿਫੈਂਸ ਵਿੱਚ ਉਸ ਗੱਲ ਨੂੰ ਨਹੀਂ ਲੈਣਾ। ਅਸੀਂ ਜੇ ਇਸ ਤਰ੍ਹਾਂ ਇਹ ਗੱਲ ਬਿਲਕੁਲ ਨਹੀਂ ਭੁੱਲਣੀ ਹੈ ਵੀ ਅਸੀਂ ਗੁਰੂ ਕੇ ਸਿੱਖ ਹਾਂ ਅਤੇ ਗੁਰੂ ਦੀ ਪ੍ਰਾਪਤੀ ਨਾਲ ਹੀ ਸਾਨੂੰ ਮੰਜ਼ਿਲ ਪ੍ਰਾਪਤ ਹੋਣੀ ਆ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਨੰਦੇੜ ਦੀ ਧਰਤੀ ਤੋਂ ਥਾਪੜਾ ਦੇ ਕੇ ਤੋਰਿਆ ਸੀਗਾ, ਅਤੇ ਉਹਨੇ ਵੇਖੋ ਫਿਰ ਕਿੱਡੀਆਂ ਮਾਰਾਂ ਮਾਰੀਆਂ ਆ। ਤੋ ਮਹਾਰਾਜ ਜੀ ਨੇ ਇਹ ਨਹੀਂ ਕਿਹਾ ਸੀ ਵੀ ਤੂੰ ਚਲੇ ਜਾ ਇਸ ਤਰ੍ਹਾਂ ਹੀ ਅਤੇ ਉੱਥੇ ਜਾ ਕੇ ਸਿੰਘ ਸੱਜ ਲਈ, ਅੰਮ੍ਰਿਤ ਛਕ ਲਈ, ਗੁਰੂ ਵਾਲਾ ਬਣ ਲਈ। ਆਖਿਆ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਰਹਿਣਾ, ਅਤੇ ਖੰਡੇ ਬਾੜੇ ਦੀ ਪੌਲ ਛਕਾ ਕੇ ਭਾਈ ਗੁਰਬਖਸ਼ ਸਿੰਘ ਨਾਂ ਦੇ ਕੇ ਤੋਰਿਆ, ਥਾਪੜਾ ਦੇ ਕੇ। ਫਿਰ ਸਿੱਖ ਰਾਜ ਕਾਇਮ ਵੀ ਕੀਤਾ ਵਾ ਬੰਦਾ ਸਿੰਘ ਬਹਾਦਰ ਨੇ। ਮਹਾਰਾਜ ਗੁਰਬਾਣੀ 'ਚ ਫਰਮਾਉਂਦੇ ਆ, ਨਿਹਤੇ ਪੰਜ ਜਵਾਨ ਮੈਂ ਗੁਰੂ ਥਾਪੀ ਦਿੱਤੀ ਕੰਢ ਜੀਓ। ਮਹਾਰਾਜ ਜੀ ਫਰਮਾਉਂਦੇ ਨੇ ਵੀ ਗੁਰੂ ਸਾਹਿਬ ਨੇ ਜਦੋਂ ਥਾਪੜਾ ਦਿੱਤਾ ਸਾਨੂੰ, ਤਾਂ ਅਸੀਂ ਪੰਜ ਵਿਕਾਰ, ਪੰਜ ਜਿਹੜੇ ਸਨ ਨਾ ਉਹ ਮਲ ਦਿੱਤੇ, ਦਲ ਦਿੱਤੇ। ਜਿਵੇਂ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਸ ਕਲੀ ਰੇ। ਉਹਨਾਂ ਨੇ ਪੰਜ ਮਲ ਦਿੱਤੇ। ਗੁਰੂ ਨੇ ਥਾਪੜਾ ਦਿੱਤਾ ਸੀ, ਗੁਰੂ ਦਾ ਥਾਪੜਾ ਲੈ ਕੇ ਚੱਲਣਾ ਆ। ਸਾਰੇ ਗੁਰੂ ਕੇ ਸਿੰਘ ਸੂਰਮੇ ਗੁਰੂ ਦਾ ਥਾਪੜਾ ਲੈ ਕੇ ਚੱਲੇ। ਬਾਬਾ ਬਘੇਲ ਸਿੰਘ ਹੋਣੀ ਤਾਂ ਉਹਨਾਂ ਦਿੱਲੀ ਨੂੰ ਵੀ ਫਤਿਹ ਕੀਤਾ ਆ। ਦਿੱਲੀ ਜਿਹੜੀ ਸਿੱਖਾਂ ਦੇ ਪੈਰਾਂ 'ਚ ਰੁਲਦੀ ਹੁੰਦੀ ਸੀ, ਅੱਜ ਆਪਾਂ ਬੇਘਰੇ ਹੋਏ ਹਾਂ। ਸੋ ਆਪਾਂ ਗੁਰੂ ਤੋਂ ਮੂੰਹ ਮੋੜਿਆ ਆ, ਤਾਂ ਕਰਕੇ ਮਹਾਰਾਜ ਜੀ ਭਜਨ ਕਹੇ ਨਾ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੇਊਂ ਮੈਂ ਸਾਰਾ, ਜਾਬੇ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੂੰ ਨਿੱਕੀ ਪ੍ਰਤੀਤ। ਇਹ ਅਸੀਂ ਨਿਆਰਾਪੁਣਾ ਆਪਣਾ ਗਵਾ ਬੈਠੇ ਹਾਂ। ਅਸੀਂ ਇੱਥੇ ਸਿਪਾਹੀ ਦੇ ਕੰਸੈਪਟ 'ਤੇ ਜ਼ੋਰ ਦੇਣਾ ਆ, ਅਸੀਂ ਹੱਕਾਂ ਦੀ ਗੱਲ ਕਰਨੀ ਆ, ਆਪਣੇ ਕੌਮੀ ਘਰ ਲੈਣ ਦੀ ਗੱਲ ਕਰਨੀ ਆ। ਉੱਥੇ ਅਸੀਂ ਨਾਲ ਸੰਤ ਵੀ ਬਣਨਾ, ਕਿਉਂਕਿ ਜੇ ਸਾਨੂੰ ਕੌਮੀ ਘਰ ਸਾਡਾ ਖਾਲਿਸਤਾਨ ਪ੍ਰਾਪਤ ਹੋ ਜਾਏ, ਬਲ ਵਿੱਚ ਤਾਕਤ ਵਿੱਚ ਅਸੀਂ ਆ ਜਾਈਏ, ਤਾਂ ਅਸੀਂ ਪਾਵਰ ਵਿੱਚ ਆ ਗਏ ਨਾ ਜਦੋਂ, ਅਤੇ ਫਿਰ ਜਦੋਂ ਬੰਦੇ ਕੋਲ ਪਾਵਰ ਆਉਂਦੀ ਹੈ ਫਿਰ ਉਹ ਗਲਤੀਆਂ ਵੀ ਕਰ ਲੈਂਦਾ ਹੁੰਦਾ ਨਾਲ। ਇਸ ਕਰਕੇ ਅਸੀਂ ਪਾਵਰ ਲੈ ਕੇ ਅਤੇ ਸਾਡੇ ਹਿਰਦੇ 'ਚ ਸੰਤਤਾਈ ਹੋਊਗੀ ਅਤੇ ਅਸੀਂ ਉਹ ਪਾਪ ਨਹੀਂ ਕਰਾਂਗੇ, ਨਹੀਂ ਤਾਂ ਹਿਟਲਰ ਬਣ ਜਾਂਦੇ। ਜੋ ਇਹ ਗੱਲ ਕਹਿਣੀ ਸੋਚਦਾ ਇਨਸਾਨ ਵੀ ਨਹੀਂ, ਐਸਾ ਨਹੀਂ ਹੋ ਸਕਦਾ, ਪਰ ਜਦੋਂ ਤਾਕਤ ਵਿੱਚ ਆਉਂਦਾ ਹੈ ਨਾ ਉਦੋਂ ਫਿਰ ਗਲਤੀਆਂ ਕਰਦਾ। ਜੇ ਅੰਦਰ ਸੰਤਤਾਈ ਹੋਊਗੀ ਅਤੇ ਸਿਪਾਹੀਪੁਣਾ ਅਸੀਂ ਸੁਚੇਤਾ ਦੇ ਨਾਲ ਵਰਤਾਂਗੇ, ਕੌਮ ਦਾ ਪੰਥ ਦਾ ਭਲਾ ਕਰਾਂਗੇ। ਇਸ ਕਰਕੇ ਅਸੀਂ ਸੰਤ ਸਿਪਾਹੀ ਦੇ ਸੰਪੂਰਨ ਕੰਸੈਪਟ ਨੂੰ ਅਪਣਾਉਣਾ ਆ, ਸੰਤ ਵੀ ਬਣਨਾ ਆ, ਗੁਰਸਿੱਖ ਬਣਨਾ, ਚੜ੍ਹਦੀ ਕਲਾ ਵਾਲੇ ਤਿਆਰ ਬਰ ਤਿਆਰ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਜੂਝਣਾ ਆ। ਅਸੀਂ ਹਰੀ ਸਿੰਘ ਨਲੂਏ ਦੇ ਅਸੀਂ ਵਾਰਸ ਹਾਂ, ਉਹ ਪਛਾਣਨਾ ਆ। ਹਿੰਦ ਹਕੂਮਤ ਜਿਹੜੀ ਸਾਡੀ ਹੱਕਾਂ ਨੂੰ ਹੁਣ ਤੱਕ ਖੋਹਦੀ ਆਈ ਆ, ਆਪਾਂ ਹੱਕ ਲੈਣੇ ਆ। ਆਪਣੇ ਕੌਮੀ ਘਰ ਸਿੱਖ ਰਾਜ ਖਾਲਿਸਤਾਨ ਤੱਕ ਵੀ ਪਹੁੰਚਣਾ ਆ, ਸਚੇਤ ਅਵੇਅਰ ਰਹਿਣਾ, ਚੜ੍ਹਦੀ ਕਲਾ ਵਿੱਚ ਰਹਿਣਾ ਆ। ਸੋ ਮੈਂ ਬੇਨਤੀ ਆਪ ਜੀ ਨੂੰ ਇਹ ਕਰ ਰਿਹਾ ਸੀਗਾ, ਜਿਸ ਤਰ੍ਹਾਂ ਦੀਪ ਸਿੱਧੂ ਇਹ ਗੱਲ ਵੀ ਕਹਿੰਦਾ ਰਿਹਾ ਕਿ ਸਾਡੀ ਹੋਂਦ ਖਤਰੇ ਵਿੱਚ ਆ, ਅਸੀਂ ਆਪਣੀ ਹੋਂਦ ਨੂੰ ਬਚਾਉਣਾ ਹੈ, ਸਾਡੀ ਹੋਂਦ ਦੀ ਜੰਗ ਆ। ਅਤੇ ਹੋਂਦ ਕਿਹੜੀ ਸੀ, ਉਹ ਉਸ ਗੱਲ ਨੂੰ ਐਕਸਪਲੇਨ ਬਹੁਤਾ ਨਹੀਂ ਦੀਪ ਸਿੱਧੂ ਨੇ ਕਦੀ ਕੀਤਾ। ਉਹ ਵਿਚਾਰੇ ਕੋਲ ਸਮਾਂ ਹੀ ਨਹੀਂ ਰਿਹਾ, ਅਤੇ ਸਮਾਂ ਹੁੰਦਾ ਤਾਂ ਸ਼ਾਇਦ ਉਸ ਗੱਲ ਨੂੰ ਹੋਰ ਉਹਦੀ ਵਿਆਖਿਆ ਉਹ ਕਰਦਾ। ਉਹਨੂੰ ਸੱਦਾ ਆ ਗਿਆ, ਚਲੇ ਗਿਆ ਦੁਨੀਆ ਤੋਂ।
ਸੋ ਉਹ ਜਿਹੜੀ ਹੋਂਦ ਦੀ ਗੱਲ ਸੀ ਨਾ ਦੀਪ ਸਿੱਧੂ ਨੇ ਕੀਤੀ, ਉਹ ਹੋਂਦ ਸਾਡੀ ਕੀ ਹੈ? ਸਾਡੀ ਹੋਂਦ ਸਾਡਾ ਸਿੱਖੀ ਸਰੂਪ ਆ ਕੇਸ ਜੂੜਾ ਤੇ ਊੜਾ ਦਸਤਾਰ 5 ਕਕਾਰ ਸਾਡੇ, ਇਹ ਸਾਡੀ ਹੋਂਦ ਆ। ਦੁਸ਼ਮਣ ਸਾਡੀ ਹੋਂਦ ਨੂੰ ਖਤਮ ਕਰਨਾ ਚਾਹੁੰਦਾ। ਇੱਕ ਤਾਂ ਪ੍ਰੈਕਟੀਕਲੀ ਰੂਪ ਵਿੱਚ ਧਰਾਤਲ ਰੂਪ ਵਿੱਚ ਸਾਡੀ ਹੋਂਦ ਆ ਜਿਹੜੀ ਧਰਾਤਲ ਰੂਪ, ਉਹ ਵੀ ਸੀ ਲੈਣਾ ਆਪਣਾ ਕੌਮੀ ਘਰ, ਪਰ ਇੱਕ ਆ ਸਾਡਾ ਸਰੂਪ, ਇਹ ਸਾਡੀ ਹੋਂਦ ਆ। ਜਦੋਂ ਅਸੀਂ ਰਿਹਾ ਉੱਥੋਂ ਪੰਜਾਬ ਦਾ ਉਜਾੜਾ ਜਦੋਂ ਕੀਤਾ ਗਿਆ, ਵੰਡ ਕੀਤੀ ਗਈ, ਜਦੋਂ 1947 ਵਿੱਚ ਸਿੱਖਾਂ ਨੂੰ ਵੰਡਿਆ ਗਿਆ, ਸਿੱਖਾਂ ਦੇ ਹੱਕ ਖੋਏ ਗਏ, ਪੰਜਾਬ ਵੀ ਵੰਡਿਆ ਗਿਆ ਨਾ, ਅਤੇ ਉਦੋਂ ਜਿਹੜੇ ਸਾਡੇ ਸਿੱਖ ਸਨ ਨਾ, ਉਧਰ ਜ਼ਮੀਨਾਂ ਤੋਂ ਛੱਡ ਆਏ। ਸਾਡੇ ਦਾਦੇ ਬਾਬੇ ਵੀ ਆਏ ਉੱਧਰੋਂ ਮੁਰੱਬਿਆਂ ਨਾਲ ਜ਼ਮੀਨਾਂ ਛੱਡ ਕੇ, ਜ਼ਮੀਨਾਂ ਛੱਡ ਆਏ ਪਰ ਸਿੱਖੀ ਨਹੀਂ ਛੱਡੀ, ਆਪਣੀ ਹੋਂਦ ਨਹੀਂ ਛੱਡ ਕੇ ਆਏ। ਇਸ ਕਰਕੇ ਆਪਣੀ ਹੋਂਦ ਨੂੰ ਬਰਕਰਾਰ ਰੱਖਿਆ। ਜੇ ਸਾਡੇ ਸਿਰ 'ਤੇ ਕੇਸ ਨਹੀਂ, ਦਾੜਾ ਨਹੀਂ, ਸਾਡੇ ਕੋਲ 5 ਕਕਾਰ ਨਹੀਂ, ਸਿੱਖੀ ਸਰੂਪ ਨਹੀਂ, ਤਾਂ ਅਸੀਂ ਹੋਂਦ ਨੂੰ ਆਪ ਆਪਣੀ ਨੂੰ ਖਤਮ ਕਰ ਰਹੇ ਹਾਂ। ਸਾਡੀ ਹੋਂਦ ਕੀ ਆ? ਅਸੀਂ ਹੈਗੇ ਹਾਂ, ਅਸੀਂ ਜਿਉਂਦੇ ਹਾਂ ਜੇ ਸਾਡੇ ਕੋਲ ਸਾਡੀ ਵੱਖਰੀ ਪਛਾਣ ਆ। ਸਿੱਖ ਕੌਮ ਇੱਕ ਵੱਖਰੀ ਕੌਮ, ਸੰਤ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਰਹੇ ਨਾ, ਸਿੱਖ ਇੱਕ ਵੱਖਰੀ ਕੌਮ ਆ। ਤਾਂ ਵੱਖਰੀ ਕੌਮ ਜਿਹੜੀ ਸਿੱਖ ਕੌਮ ਹੈ ਸਾਡੀ, ਉਹ ਕਿੰਨਾ ਕਰਕੇ ਵੱਖਰੀ ਕੌਮ ਹੈ? ਵੱਖਰੀਆਂ ਨਿਸ਼ਾਨੀਆਂ ਕਰਕੇ। ਸਾਡੀ ਹੋਂਦ ਸਾਡਾ ਸਿੱਖੀ ਸਰੂਪ ਆ। ਅਸੀਂ ਆਪਣੀ ਹੋਂਦ ਨੂੰ ਜੇ ਅਸੀਂ ਬਚਾ ਲਈਏ, ਸਿੱਖੀ ਸਰੂਪ ਨੂੰ ਬਚਾ ਲਈਏ, ਅਸੀਂ ਆਪਣੀ ਹੋਂਦ ਨੂੰ ਬਚਾ ਰਹੇ ਹਾਂ। ਅਤੇ ਅਸੀਂ ਇੱਕ ਦੁਸ਼ਮਣਾਂ ਨਾਲੋਂ ਵੀ ਗੱਲ ਅਹਿਮ ਸੁਣਨ ਵਾਲੀ ਆ ਕਿ ਅਸੀਂ ਦੁਸ਼ਮਣਾਂ ਕੋਲ ਸਮਝੋ ਵੀ ਇੱਕ ਜੰਗ ਜਿੱਤ ਲਈ। ਜੇ ਅਸੀਂ ਸਿੱਖੀ ਸਰੂਪ ਵਿੱਚ ਆ ਜਾਈਏ ਨਾ, ਅਤੇ ਅਸੀਂ ਇੱਕ ਜੰਗ ਜਿਹੜੀ ਆ ਉਹ ਦੁਸ਼ਮਣਾਂ ਕੋਲੋਂ ਜਿੱਤ ਲਈ। ਦੁਸ਼ਮਣ ਸਾਨੂੰ ਚਾਹੁੰਦਾ ਪਤਿਤ ਕਰਨਾ, ਦੁਸ਼ਮਣ ਸਾਨੂੰ ਚਾਹੁੰਦਾ ਸਿੱਖੀ ਤੋਂ ਦੂਰ ਕਰਨਾ, ਉਹ ਚਾਹੁੰਦਾ ਸਾਡੇ ਤੋਂ ਜਜ਼ਬਾ ਸਾਡੇ 'ਚੋਂ ਮਰ ਜਾਏ ਕੌਮੀ ਘਰ ਦਾ। ਇਹ ਬਾਦਲਾਂ ਕੈਪਟਨ ਕੇਜਰੀਵਾਲ ਦੇ ਬਣੇ ਰਹਿਣ, ਇਹਨਾਂ ਵਿੱਚ ਗੁਰੂ ਹਰਿਮੰਦਰ ਸਾਹਿਬ ਲਈ ਪ੍ਰੇਮ ਨਾ ਰਵੇ, ਇਹਨਾਂ ਇਹ ਗੁਰਬਾਣੀ ਨਾ ਪੜ੍ਹਨ, ਇਹ ਨਸ਼ਿਆਂ 'ਚ ਲੱਗ ਜਾਣ, ਗਾਣਿਆਂ 'ਚ ਲੱਗ ਜਾਣ। ਸੋ ਇਸ ਕਰਕੇ ਅਸੀਂ ਉਹ ਦੁਸ਼ਮਣ ਨੂੰ ਵਿਖਾਉਣਾ ਹੈ ਵੀ ਅਸੀਂ ਇਸ ਜੀ ਲੜਾਈ, ਅਸੀਂ ਭਾਈ ਤਾਰੂ ਸਿੰਘ ਜੀ, ਧੰਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੋ ਟਕਸਾਲ ਦੇ 13ਵੇਂ ਮੁਖੀ ਹੋਏ ਆ, ਦਮਦਮੀ ਟਕਸਾਲ ਦੇ ਸੰਤ ਬਾਬਾ ਜਰਨੈਲ ਸਿੰਘ ਤੋਂ ਪਹਿਲਾਂ ਉਹ ਕਹਿੰਦੇ ਸਨ ਮੁਸਲਮਾਨ ਹੀ ਕਹਿੰਦੇ ਸੀ ਮੁਗਲ ਪੀਆ ਕੇਸ ਕਟਾ ਦਿਓ ਅਤੇ ਰਾਜਸ਼ਾਹੀਆਂ ਭੋਗੋ। ਇੰਨੀ ਗੱਲ ਸੀ ਨਾ ਕੇਸ ਕਟਾਉਣ ਦੀ, ਸਿੱਖਾਂ ਕੇਸ ਨਹੀਂ ਕਟਾਏ। ਨਾਅਰਾ ਦਿੱਤਾ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਨੇ, ਧੰਨ ਸੰਤ ਬਾਬਾ ਕਰਤਾਰ ਸਿੰਘ ਜੀ ਨੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਭਾਈ ਤਾਰੂ ਸਿੰਘ ਨੇ ਸਿੱਖੀ ਸਿਦਕ ਨਹੀਂ ਸੀ ਆਪਣਾ ਜਾਣ ਦਿੱਤਾ। ਸੋ ਇਸ ਤਰ੍ਹਾਂ ਉਹਨੇ ਖੋਪੜ ਲੁਹਾਲਿਆ ਸੀਗਾ। ਇਸ ਤਰ੍ਹਾਂ ਆਪਾਂ ਇਹ ਆਪਣੀ ਸਿੱਖੀ ਨੂੰ ਨਹੀਂ ਖਤਮ ਹੋਣ ਦੇਣਾ। ਜੇ ਅਸੀਂ ਆਪਣੀ ਸਿੱਖੀ ਤੋਂ ਪਤਿਤ ਹੋ ਗਏ ਤਾਂ ਅਸੀਂ ਆਪਣੀ ਹੋਂਦ ਨੂੰ ਆਪ ਖਤਮ ਕਰ ਰਹੇ ਹਾਂ। ਇਸ ਕਰਕੇ ਸਾਡੀ ਹੋਂਦ ਸਾਡਾ ਸਿੱਖੀ ਸਰੂਪ ਆ, ਸਾਡੇ ਸਿੱਖੀ ਸਿਧਾਂਤ ਆ, ਸਾਡੇ ਗੁਰਦੁਆਰੇ ਆ, ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆ, ਇਹ ਸਾਡੀ ਵੱਖਰੀ ਪਛਾਣ। ਇਸ ਤਰ੍ਹਾਂ ਅਸੀਂ ਪਛਾਣ ਹੀ ਨਹੀਂ ਜਾਂਦੇ, ਸਾਡੀ ਹੋਂਦ ਆ ਇਹ। ਇਸ ਕਰਕੇ ਸੱਚਮੁੱਚ ਜੇ ਹੋਂਦ ਬਚਾਉਣਾ ਚਾਹੁੰਦੇ ਹਾਂ ਤਾਂ ਪਹਿਲਾਂ ਸਿੱਖੀ ਦਾੜੇ ਰੱਖੋ, ਕੇਸ ਰੱਖੋ, ਅੰਮ੍ਰਿਤਧਾਰੀ ਹੋਵੋ ਸਿੰਘ ਨੌਜਵਾਨੋ, ਅਤੇ ਤਿਆਰ ਬਰ ਤਿਆਰ ਹੋ। ਸਰਦਾਰ ਹਰੀ ਸਿੰਘ ਨਲੂਏ ਵਰਗਾ ਕਿਰਦਾਰ ਬਣਾਈਏ। ਉਹਦੇ ਕੋਲ ਇੱਕ ਪਠਾਣੀ ਆਈ ਸੀ, ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾਉਣਾ, ਕਹਿੰਦਾ ਚਲੇ ਜਾ, ਕੋਈ ਹੋਰ ਹੁੰਦਾ ਮੈਂ ਸਿਰ ਲਾ ਦੇਣਾ ਸੀ। ਰੋਣ ਲੱਗ ਪਈ। ਸਾਧ ਹੱਠ ਬਾਲ ਹੱਠ 63 ਹੁੰਦਾ ਆ, 63 ਵਿਖਾਇਆ। ਤੋ ਕਹਿੰਦੀ ਗੁਰੂ ਦੇ ਦਰ ਤੋਂ ਕੋਈ ਖਾਲੀ ਨਹੀਂ ਗਿਆ, ਤੂੰ ਖਾਲੀ ਮੋੜ ਰਿਹਾ। ਕਹਿੰਦਾ ਇੱਥੇ ਬੀਬੀ ਬਹਿ ਜਾ, ਤੈਨੂੰ ਮੇਰੇ ਵਰਗਾ ਪੁੱਤ ਚਾਹੀਦਾ ਹੈ। ਹਰੀ ਸਿੰਘ ਨਲੂਆ ਕਹਿੰਦੀ ਹਾਂ। ਤੋ ਹਰੀ ਸਿੰਘ ਨਲੂਆ ਕਹਿਣ ਲੱਗਾ, ਉਹਦੇ ਪੈਰਾਂ 'ਚ ਬਹਿ ਗਿਆ ਅਤੇ ਕਹਿੰਦਾ ਵੀ ਤੂੰ ਮੇਰੀ ਮਾਂ ਅਤੇ ਮੈਂ ਤੇਰਾ ਪੁੱਤ, ਤੈਨੂੰ ਪੁੱਤ ਚਾਹੀਦਾ ਨਾ ਮੇਰੇ ਵਰਗਾ, ਤੂੰ ਮੇਰੀ ਮਾਂ ਅਤੇ ਮੈਂ ਤੇਰਾ ਪੁੱਤ ਹਾਂ। ਇਸ ਕਰਕੇ ਇਸ ਤਰ੍ਹਾਂ ਦਾ ਕਿਰਦਾਰ ਅਸੀਂ ਬਣਾਉਣਾ। ਹਰੀ ਸਿੰਘ ਨਲੂਏ, ਬਘੇਲ ਸਿੰਘ ਹੋਣਾ, ਮੰਜ਼ਲਾਂ ਮਾਰੀਆਂ, ਉਹਨਾਂ ਗੁਰੂ ਕੀ ਬਾਣੀ ਦੀ ਤਾਕਤ ਸੀ, ਗੁਰੂ ਦਾ ਸਿੱਖੀ ਸਰੂਪ ਆਪਣੀ ਹੋਂਦ ਨੂੰ ਸਾਂਭੀ ਬੈਠੇ ਸੀ। ਉਹ ਜਿਹੜੀ ਗੱਲ ਦੀਪ ਸਿੱਧੂ ਵੀਰ ਇਹ ਵੀ ਕਰਦਾ ਰਿਹਾ ਵੀ ਅਸੀਂ ਅਨੰਦਪੁਰ ਸਾਹਿਬ ਮਤਾ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸਾਨੂੰ ਦਿੱਤਾ, ਅਸੀਂ ਉਹ ਪ੍ਰਾਪਤ ਨੌਜਵਾਨੋਂ ਕਰਨਾ ਆ। ਬਿਲਕੁਲ ਸਹੀ ਗੱਲ ਸੀ ਉਹਦੀ। ਪਰ ਸੰਤ ਬਾਬਾ ਜਰਨੈਲ ਸਿੰਘ ਜੀ ਇਹ ਵੀ ਗੱਲ ਕਹਿੰਦੇ ਸੀ ਕਿ ਪਹਿਲਾਂ ਅਨੰਦਪੁਰ ਸਾਹਿਬ ਘਰੇ ਵੜ ਜਾਓ ਅਤੇ ਫਿਰ ਅਨੰਦਪੁਰ ਸਾਹਿਬ ਦਾ ਮਤਾ ਵੀ ਲੈ ਲਿਓ। ਇਸ ਕਰਕੇ ਮਤਾ ਵੀ ਅਨੰਦਪੁਰ ਸਾਹਿਬ ਦਾ ਲੈਣਾ, ਪਰ ਪਹਿਲਾਂ ਘਰੇ ਵੜ ਕੇ ਕਹਿੰਦੇ ਨੌਜਵਾਨ ਸੰਤ ਬਾਬਾ ਜਰਨੈਲ ਸਿੰਘ ਦੀ ਵਿਚਾਰਧਾਰਾ ਦੇ ਧਾਰਨੀ ਆਪਾਂ ਸੰਪੂਰਨ ਸੰਤ ਬਾਬਾ ਜਰਨੈਲ ਸਿੰਘ ਦੀ ਵਿਚਾਰਧਾਰਾ ਦੇ ਧਾਰਨੀ ਹੋਣਾ। ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸੰਪੂਰਨ ਵਿਚਾਰਧਾਰਾ ਉਹਨਾਂ ਦੀ ਕੀ ਆ? ਅਨੰਦਪੁਰ ਸਾਹਿਬ ਦਾ ਮਤਾ ਲੈਣਾ ਆ, ਪਰ ਪਹਿਲਾਂ ਅਨੰਦਪੁਰ ਸਾਹਿਬ ਘਰੇ ਵੜ ਜਾਓ ਅਤੇ ਫਿਰ ਅਨੰਦਪੁਰ ਸਾਹਿਬ ਦਾ ਮਤਾ ਲੈ ਲਿਓ। ਘਰੇ ਵੜ ਜਾਓ ਕੀ ਮਹਾਂਪੁਰਖ ਕਹਿੰਦੇ ਕਿ ਪਹਿਲਾਂ ਅਨੰਦਪੁਰ ਸਾਹਿਬ ਵਾਸੀ ਹੋ ਜਾਓ, ਕੇਸਗੜ੍ਹ ਬਣਾ ਲਓ, ਕੇਸਗੜ੍ਹ ਚਲੇ ਜਾਓ, ਕੇਸ ਰੱਖ ਲਓ ਸਿਰ 'ਤੇ, ਸਿੰਘ ਸੱਜ ਜਾਓ, 5 ਕਕਾਰਾਂ ਦੇ ਧਾਰਨੀ, ਨਿਤਨੇਮ ਰਹਿਤ ਦੇ ਧਾਰਨੀ ਹੋ ਜਾਓ।
ਫਿਰ ਅਨੰਦਪੁਰ ਸਾਹਿਬ ਮਤਾ ਲੈਣਾ। ਇਹ ਸੰਪੂਰਨ ਵਿਚਾਰਧਾਰਾ। ਸੰਤ ਬਾਬਾ ਜਰਨੈਲ ਸਿੰਘ ਜੀ ਇਹ ਵੀ ਕਹਿੰਦੇ ਰਹੇ ਵੀ ਜਿਹੜਾ ਆਪਣੇ ਪਿਓ ਵਰਗਾ ਨਾ ਲੱਗੇ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼ਸਤਰਧਾਰੀ ਕੇਸਾਧਾਰੀ, ਜਿਹੜਾ ਉਹਨਾਂ ਵਰਗਾ ਨਾ ਲੱਗੇ ਤੇ ਉਹਨੂੰ ਕੀ ਕਹਿੰਦੇ ਆ ਤੁਸੀਂ ਸਾਰੇ ਜਾਣਦੇ ਹੋ। ਸੰਤ ਬਾਬਾ ਜਰਨੈਲ ਸਿੰਘ ਜੀ ਸਾਨੂੰ ਕੇਸਾਧਾਰੀ ਅੰਮ੍ਰਿਤਧਾਰੀ ਹੋਣ ਲਈ ਵੀ ਕਹਿੰਦੇ। ਇਹ ਸੰਪੂਰਨ ਵਿਚਾਰਧਾਰਾ ਦੇ ਅਸੀਂ ਧਾਰਨੀ ਹੋਣਾ। ਸੰਤ ਬਾਬਾ ਜਰਨੈਲ ਸਿੰਘ ਜੀ ਅਧੂਰੀ ਵਿਚਾਰਧਾਰਾ ਨਹੀਂ ਅਸੀਂ ਮੰਨਣੀ ਜੇ ਸੱਚਮੁੱਚ ਹੀ ਅਸੀਂ ਕੌਮ ਲਈ ਪੰਥ ਲਈ ਕੁਝ ਕਰਨਾ ਚਾਹੁੰਦੇ ਹਾਂ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਹੁਤ ਸਾਨੂੰ ਸੁਚੇਤ ਅਵੇਅਰ ਕੀਤਾ ਹੈ। ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਟ ਜਾਨੋ, ਜਬ ਹਮਰੇ ਦਰਸ਼ਨ ਕੋ ਆਓ, ਹੋਏ ਸੁਚੇਤਨ ਸ਼ਸਤਰ ਸਜਾਓ। ਇਸ ਕਰਕੇ ਮਹਾਰਾਜ ਦੇ ਸੁਚੇਤ ਹੋ ਕੇ ਸ਼ਸਤਰਧਾਰੀ ਹੋਣਾ। ਸ਼ਸਤਰਧਾਰੀ ਕੌਮ ਅਸੀਂ ਮਹਾਰਾਜ ਸਾਨੂੰ ਬਣਾਇਆ, ਸ਼ਸਤਰਧਾਰੀ ਅਸੀਂ ਬਣਨਾ ਆ, ਕੇਸਾਧਾਰੀ ਬਣਨਾ। ਐਵੇਂ ਸਾਡੀ ਹੋਂਦ ਬਚਣੀ ਆ, ਇਵੇਂ ਅਸੀਂ ਆਪਣੀਆਂ ਮੰਜ਼ਿਲਾਂ ਸਰ ਕਰ ਸਕਦੇ ਹਾਂ। ਮੈਂ ਬੇਨਤੀ ਆਪ ਜੀ ਨੂੰ ਸ਼ੁਰੂਆਤ ਵਿੱਚ ਕੀਤੀ ਸੀਗੀ ਕਿ ਸੱਚਮੁੱਚ ਹੀ ਕੌਮ ਕੋਈ ਪ੍ਰਾਪਤੀ ਕਰਨਾ ਚਾਹੁੰਦੀ ਹੈ, ਨੌਜਵਾਨੀ ਨੂੰ ਸੱਚਮੁੱਚ ਹੀ ਦਰਦ ਹੈ, ਤੋ ਇੱਕ ਤਰੀਕੇ ਨਾਲ ਹੋ ਸਕਦੀ ਹੈ ਪ੍ਰਾਪਤੀ। ਉਹ ਕਿੱਦਾਂ? ਗੁਰੂ ਦੀ ਕਿਰਪਾ ਨਾਲ। ਗੁਰੂ ਨੂੰ ਬਾਂਹ ਫੜਾ ਜੇ, ਗੁਰੂ ਦਾ ਪੱਲਾ ਫੜ ਲਈਏ। ਗੁਰਬਾਣੀ ਫਰਮਾਉਂਦੀ ਹੈ ਜਾਮ ਗੁਰੂ ਹੋਏ ਵੱਲ ਲੱਖ ਬਾਂਹੇ ਕਿਆ ਕੀਜੈ। ਜਦੋਂ ਗੁਰੂ ਵੱਲ ਹੋ ਜਾਏਗਾ ਲੱਖਾਂ ਬਾਹਾਂ ਵੀ ਕੁਝ ਨਹੀਂ ਵਿਗਾੜ ਸਕਦੀਆਂ। ਸੋ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਫਿਰ ਵਾਲ ਵੀ ਵਿੰਗਾ ਨਹੀਂ ਹੁੰਦਾ। ਸੋ ਅਸੀਂ ਇਹ ਸਾਡੇ ਮਨ 'ਚ ਬੜੀ ਸ਼ਿੱਦਤ ਸੀ। ਅਸੀਂ ਬੜਾ ਇਹ ਗੱਲ ਚਿੱਤਦੇ ਰਹੇ, ਵਿਚਾਰਦੇ ਰਹੇ। ਬੜੀ ਮਨ 'ਚ ਚਾਹਨਾ ਤਮੰਨਾ ਸੀ ਕਿ ਦੀਪ ਸਿੱਧੂ ਜਿਵੇਂ ਨੌਜਵਾਨਾਂ ਦਾ ਚਹੇਤਾ ਬਣ ਰਿਹਾ ਆ ਅਤੇ ਸੰਤਾਂ ਦੀ ਗੱਲ ਕਰ ਰਿਹਾ ਆ, ਸਿੱਖ ਹੱਕਾਂ ਦੀ ਗੱਲ ਕਰ ਰਿਹਾ, ਚੰਗੀ ਗੱਲ ਆ। ਅਤੇ ਜੇ ਇਹ ਛੇਤੀ ਤੋਂ ਛੇਤੀ ਸੰਪੂਰਨ ਸਿੰਘ ਸੱਜ ਜਾਏ, ਸਿੱਖੀ 'ਚ ਆ ਜਾਏ ਤਾਂ ਬੜੀ ਵਧੀਆ ਗੱਲ ਹੋਵੇ। ਲੱਖਾ ਸਿਧਾਣਾ, ਇਹ ਦੀਪ ਸਿੱਧੂ ਅਸੀਂ ਸੋਚਦੇ ਹਾਂ ਸਿੱਖੀ 'ਚ ਆ ਜਾਣ ਤਾਂ ਬਹੁਤ ਵਧੀਆ ਗੱਲ ਹੋਵੇ, ਹੋਰ ਪੰਥ ਦੀ ਚੜ੍ਹਦੀ ਕਲਾ ਹੋ ਜਾਣੀ ਸੀ। ਅਸੀਂ ਸੋਚਦੇ ਜੋ ਦਿਲ ਗਿਆ ਸੀ ਦੀਪ ਸਿੱਧੂ ਉਦੋਂ ਕੇਸਾਧਾਰੀ ਅੰਮ੍ਰਿਤਧਾਰੀ ਹੋ ਜਾਊਗਾ। ਸੋ ਜਿਵੇਂ ਆਪਣੇ ਜੱਗੀ ਜੌਲ ਗਿਆ ਜੇਲ੍ਹ, ਜੋ ਕੇਸਾਧਾਰੀ ਹੋ ਗਿਆ। ਹੁਣ ਸਾਡੀ ਬੜੀ ਸ਼ਿੱਦਤ ਸੀ ਹੋ ਜਾਏ। ਤੋ ਹਾਂ, ਬਾਅਦ ਵਿੱਚ ਨੌਜਵਾਨਾਂ ਪੁੱਛਿਆ ਵੀ ਸੀ ਸਿੰਘਾਂ ਨੇ, ਕਹਿੰਦੇ ਹਾਂ ਉਹ ਦੀਪ ਸਿੱਧੂ ਚਾਹੁੰਦਾ ਵੀ ਸੀ ਕਿ ਮੈਂ ਨੌਜਵਾਨਾਂ ਦੇ ਦੱਸਣ ਮੁਤਾਬਕ, ਬਾਕੀ ਮਹਾਰਾਜ ਜਾਣਦੇ ਆ, ਦੀਪ ਸਿੱਧੂ ਦਾ ਦਿਲ ਜਾਣਦਾ ਆ, ਪਰ ਉਹ ਸਿੱਖੀ ਸਰੂਪ ਵਿੱਚ ਆਉਣ ਦਾ ਚਾਹਵਾਨ ਸੀ, ਆਉਣਾ ਚਾਹੁੰਦਾ ਸੀ। ਅਸੀਂ ਚਾਹੁੰਦੇ ਸਾਂ ਵੀ ਛੇਤੀ ਆ ਜਾਏ, ਜਿੰਨੀ ਛੇਤੀ ਆ ਜਾਏ ਉਨੀ ਹੋਰ ਪੰਥ ਦੀ ਚੜ੍ਹਦੀ ਕਲਾ ਹੋਊਗੀ। ਇਸ ਕਰਕੇ ਸੰਤ ਸਿਪਾਹੀ ਦਾ ਸੰਪੂਰਨ ਕੰਸੈਪਟ ਚੱਲੂਗਾ। ਗੁਰੂ ਦੀ ਕਿਰਪਾ ਨਾਲ ਹੋਰ ਫਿਰ ਚੜ੍ਹਦੀਆਂ ਕਲਾ ਹੋਣਗੀਆਂ। ਅਤੇ ਚਲੋ ਮਹਾਰਾਜ ਜੀ ਨੂੰ ਭਾਉਂਦਾ ਸੀ, ਕੁਝ ਹੋਰ ਭਾਉਂਦਾ ਸੀ। ਉਹਦੇ ਕੋਲ ਸਮਾਂ ਹੀ ਨਹੀਂ ਇੰਨਾ ਰਿਹਾ, ਚਲੇ ਗਿਆ ਦੁਨੀਆ ਤੋਂ। ਜੇ ਮਹਾਰਾਜ ਨੂੰ ਭਾਉਂਦਾ ਹੋਵੇ ਤਾਂ ਉਹਨੂੰ ਹੋਰ ਜਨਮ ਦੇ ਸਕਦੇ ਹੈਗਾ, ਅਗਲੇ ਜਨਮ ਵਿੱਚ ਉਹ ਸਿੰਘ ਸੱਜ ਸਕਦਾ ਆ ਅਤੇ ਹੋਰ ਪੰਥ ਦੀ ਸੇਵਾ ਕਰ ਸਕਦਾ ਜੇ ਮਹਾਰਾਜ ਜੀ ਨੂੰ ਭਾਇਆ ਅਤੇ। ਸੋ ਇਸ ਕਰਕੇ ਇਹ ਜੇ ਕਿਸੇ ਨੇ ਵੀ ਕੌਮ ਨੂੰ ਪੰਥ ਨੂੰ ਲੀਡ ਕਰਨਾ ਹੁੰਦਾ ਆ, ਵੀ ਨਾਲ ਬੇਨਤੀ ਆ ਵੀ ਅਸੀਂ ਗੁਰੂ ਦਾ ਲੜ ਨਹੀਂ ਕਦੀ ਵੀ ਛੱਡਣਾ। ਗੁਰੂ ਦਾ ਓਟ ਆਸਰਾ ਲੈ ਕੇ ਜੇ ਕੋਈ ਚਾਹੁੰਦਾ ਹੈ ਪੰਥ ਨੂੰ ਮੈਂ ਨੌਜਵਾਨੀ ਨੂੰ ਸਿੱਧੇ ਰਾਹ ਪਾਵਾਂ, ਪੰਥ ਨੂੰ ਚੜ੍ਹਦੀ ਕਲਾ ਵਾਸਤੇ ਪ੍ਰੇਰਿਤ ਕਰਾਂ, ਨੌਜਵਾਨੀ ਨੂੰ ਮੈਂ ਲੀਡ ਕਰਾਂ ਨੌਜਵਾਨੀ ਨੂੰ, ਅਤੇ ਫਿਰ ਉਹਨੂੰ ਚਾਹੀਦਾ ਸੰਪੂਰਨ ਸੰਤ ਸਿਪਾਹੀ ਦਾ ਕਨਸੈਪਟ ਧਾਰਨ ਕਰਕੇ ਗੁਰੂ ਕਾ ਸਿੰਘ ਸੱਜ ਕੇ ਆਪ ਤਿਆਰ ਬਰ ਤਿਆਰ ਹੋ ਕੇ ਚੜ੍ਹਦੀ ਕਲਾ ਦੇ ਨਾਲ ਨੌਜਵਾਨੀ ਨੂੰ ਸਿੱਧੇ ਪਾਸੇ ਜੋੜਨ ਦਾ ਯਤਨ ਕਰੇ, ਤਾਂ ਕਿ ਕਿਤੇ ਨੌਜਵਾਨੀ ਮਿਸਗਾਈਡ ਨਾ ਹੋਵੇ। ਇਹ ਧਰਮ ਦੀ ਜਿਹੜੀ ਸਿਧਾਂਤਾਂ ਦੀ ਸਿੱਖਿਆ ਹੈ, ਇਹ ਤੁਹਾਨੂੰ ਗੁਰੂ ਦੇ ਨਾਲ ਜੁੜਿਆ ਹੋਇਆ ਨਹੀਂ, ਜਾਂ ਗੁਰੂ ਕੀ ਗੁਰਬਾਣੀ ਨੂੰ ਸਮਝਣ ਵਾਲਿਆਂ ਦੇਣੀ ਨਾ, ਜਿਹੜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਗੁਰੂ ਕੇ ਵਜ਼ੀਰਾਂ ਨੇ ਦੱਸਣੀ ਨਾ, ਕਿ ਮਹਾਰਾਜ ਕੀ ਦੱਸਦੇ ਨੌਜਵਾਨਾਂ ਨੂੰ ਨਿਮਰਤਾ ਗੰਭੀਰਤਾ ਨਾਲ ਸੁਣਨੀ ਹੈ। ਨਹੀਂ ਸੁਣਨਾ ਵੀ ਉਹ ਵਖਰੇਵਾਂ ਕਰ ਰਹੇ, ਸਾਡੇ ਨਾਲ ਵੱਖ ਬਣਾਇਆ, ਐਸਾ ਨਹੀਂ ਸੋਚਣਾ ਹੈ। ਗੁਰੂ ਸਾਹਿਬ ਜੀ ਕਿਤੇ ਗੁਰਬਾਣੀ ਝਿੜਕਦੇ ਵੀ ਆ, ਜੇ ਗੁਰੂ ਝਿੜਕੇ ਤਾਂ ਮੀਠਾ ਲਾਗੇ, ਜੇ ਬਖਸ਼ੇ ਤਾਂ ਗੁਰੂ ਵਡਿਆਈ। ਗੁਰੂ ਝਿੜਕਦੇ ਵੀ ਆ, ਪ੍ਰੇਮ ਵੀ ਕਰਦੇ ਆ। ਇਸ ਕਰਕੇ ਸਿੱਖਾਂ ਨੂੰ ਮਿੱਠਾ ਲੱਗਣਾ ਚਾਹੀਦਾ, ਝਿੜਕਣ ਵੀ ਮਹਾਰਾਜ। ਇਸ ਕਰਕੇ ਅਸੀਂ ਕਿਤੇ ਜੇ ਨੌਜਵਾਨ ਚਾਹੁੰਦਾ ਹੈ ਕੋਈ ਲੀਡ ਕਰਨਾ ਨੌਜਵਾਨੀ ਨੂੰ, ਅਤੇ ਉਹ ਸਿੱਖੀ 'ਚ ਆਵੇ, ਗੁਰੂ ਦੇ ਨਾਲ ਜੁੜੇ, ਦਿਲੋਂ ਗੁਰੂ ਦੇ ਨਾਲ ਜੁੜ ਜਾਏ। ਕਿਉਂਕਿ ਜਦੋਂ ਅਸੀਂ ਪੰਥ ਵਿੱਚ ਕੌਮ ਦੀ ਸੇਵਾ ਵਾਸਤੇ ਆਉਂਦੇ ਹਾਂ ਤੋ ਉਦੋਂ ਮਹਾਰਾਜ ਜੀ ਕਹਿੰਦੇ ਮਰਜੀਵੜਿਆਂ ਦੀ ਕੌਮ ਆ। ਜੇ ਕੋਈ ਸੱਚਮੁੱਚ ਹੀ ਪੰਥ ਤੋਂ ਆਪਾ ਵਾਰਨਾ ਚਾਹੁੰਦਾ ਹੈ ਪੰਥ ਨੂੰ ਮੰਜ਼ਿਲਾਂ ਦਿਵਾਉਣਾ, ਅਨੰਦਪੁਰ ਸਾਹਿਬ ਦਾ ਮਤਾ ਦਿਵਾਉਣਾ, ਹੋਂਦ ਬਚਾਉਣਾ ਚਾਹੁੰਦਾ ਆ, ਅਤੇ ਇਹ ਉਹ ਮਰਜੀਵੜਾ ਹੋ ਕੇ ਕਰ ਸਕਦਾ, ਉਸ ਤਰ੍ਹਾਂ ਨਹੀਂ। ਤੋ ਇਹ ਸਿੱਖ ਕੌਮ ਮਰਜੀਵੜਿਆਂ ਦੀ ਕੌਮ ਆ ਕਿ ਜਿਹੜਾ ਮਹਾਰਾਜ ਜੀ ਕਹਿੰਦੇ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਜਦੋਂ ਫਿਰ ਮਹਾਰਾਜ ਮੇਰੀ ਗਲੀ 'ਚ ਆਉਣਾ ਆ, ਸਿਰ ਤਲੀ 'ਤੇ ਧਰ ਕੇ ਆ, ਫਿਰ ਪਿੱਛੋਂ ਦੀ ਝਾਕ ਨਹੀਂ ਰੱਖਣੀ। ਫਿਰ ਜਦੋਂ ਝਾਕ ਹੀ ਮੁਕਾ ਦਿੱਤੀ, ਫਿਰ ਮੈਂ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈ ਹੈ। ਇਸ ਤਰ੍ਹਾਂ ਮੰਜ਼ਿਲਾਂ ਮਿਲਣੀਆਂ, ਇਸ ਤਰ੍ਹਾਂ ਰੱਬ ਵੀ ਮਿਲਣਾ ਅਤੇ ਮੰਜ਼ਿਲ ਵੀ ਇਸ ਤਰ੍ਹਾਂ ਮਿਲਣੀ ਹੈ ਕੌਮੀ ਘਰ ਦੀ। ਤਨ ਮਨ ਧਨ ਸੌਂਪ ਦੇਣਾ ਗੁਰੂ ਨੂੰ। ਤਨ ਵੀ ਆਪਣੇ ਤੇ ਪੰਜ ਕਕਾਰ ਸੋਭਣ, ਸਿੱਖੀ ਸੋਭੇ, ਨਿਤ ਨਿਯਮੀ ਰਹਿਤ ਬੰਦ ਹੋਵੇਂ ਤੂੰ।
ਸਿੰਘ ਸੱਜ ਕੇ ਰਹਿਤ ਵੀ ਨਾਲ ਕਮਾਉਣੀ, ਨਿਤਨੇਮ ਵੀ ਕਰਨਾ ਨਾਲ। ਇਸ ਕਰਕੇ ਜਦੋਂ ਅਸੀਂ ਗੁਰੂ ਦੇ ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਜਦੋਂ ਮਨ ਚਾਹੁੰਦਾ ਹੈ ਵੀ ਸਿੱਖ ਕੌਮ ਦੀ ਸੇਵਾ ਕਰਨੀ, ਆਪਾਂ ਵਾਰ ਦੇਣਾ ਕੰਮ ਤੋਂ ਪੰਥ ਤੋਂ, ਤਾਂ ਫਿਰ ਝਾਕ ਪਿੱਛੇ ਦੀ ਕਾਹਦੀ ਰੱਖਣੀ ਹੈ। ਫਿਰ ਤਾਂ ਤਨ ਵੀ ਗੁਰੂ ਨੂੰ ਸੌਂਪ ਦੇਣਾ ਕਿ ਮਹਾਰਾਜ ਇਹ ਕੇਸਾਂ ਦਾੜੇ ਤੇ ਮੇਰਾ ਨਹੀਂ ਹੁਣ ਹੱਕ ਕੋਈ, ਇਹ ਕੇਸ ਦਾੜਾ ਤੇਰਾ ਹੈ, ਇਹਨੂੰ ਮੈਂ ਕਟਾਉਣੇ ਨਹੀਂ, ਆਦ ਆਪੇ ਜਾਣੇ ਹੁੰਦੇ। ਸੰਤ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਕਟਾਇਆ ਨਾ ਕਰੋ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸੂਰ ਕੇ ਸਨਮੁਖ ਰਣ ਤੇ ਡਰ ਪੇ, ਸਦੀ ਕੇ ਸਾਂਚੇ ਭਾਂਡੇ। ਉਹ ਸੂਰਮਾ ਕਾਹਦਾ ਹੈ ਜਿਹੜਾ ਰਣ ਵੇਖ ਕੇ ਮੈਦਾਨ ਵੇਖ ਕੇ ਡਰ ਜਾਏ। ਰਣ ਵੇਖ ਕੇ ਮੈਦਾਨ ਵੇਖ ਕੇ ਡਰਨਾ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਸੂਰਮਾ ਯੋਧਾ ਬਣ ਕੇ ਤੇ ਗੁਰੂ ਵਾਲੇ ਬਣ ਜਾਣਾ, ਫਿਰ ਮਨ 'ਚ ਦੁਬਦਾ ਨਹੀਂ ਕਿਸੇ ਪ੍ਰਕਾਰ ਦੀ ਰੱਖਣੀ ਹੁੰਦੀ ਹੈ। ਸੂਰਮਿਆਂ ਵਾਂਗੂ ਮਹਾਰਾਜ ਜੀ ਦੇ ਅਗਾਂਹ ਕੂ ਤਰਾਂਗ ਪਿੱਛਾ, ਫਿਰ ਨਾ ਮੋਹ ਢੜਾ, ਅਗਾਂਹ ਨੂੰ ਤਰਾਂਗ ਪਿੱਛਾ ਨਹੀਂ ਵੇਖਣਾ। ਸੋ ਇਸ ਕਰਕੇ ਨੌਜਵਾਨ ਜੇ ਚਾਹੁੰਦੇ ਆ ਨੌਜਵਾਨ ਨੂੰ ਲੀਡ ਕਰਨਾ ਕੋਈ ਨੌਜਵਾਨ, ਤਾਂ ਉਹ ਇਸ ਤਰ੍ਹਾਂ ਕਿਤੇ ਕਈ ਵਾਰ ਮਿਸਗਾਈਡ ਹੋ ਜਾਂਦੀ ਨੌਜਵਾਨੀ। ਉਹ ਸੋਚਦੀ ਆ ਵੀ ਮਨ 'ਚ ਜਜ਼ਬਾ ਹੋਣਾ ਚਾਹੀਦਾ ਹੈ। ਜਿਵੇਂ ਦੀਪ ਸਿੱਧੂ ਜੋ ਨਵਾਂ ਆਇਆ ਸੀ ਸਿੱਖੀ ਸਿਧਾਂਤਾਂ ਵਿੱਚ ਲਾਈਵ ਹੋਣਾ, ਕਈਆਂ ਕਹਿਣਾ ਵੀ ਤੂੰ ਸਿੰਘ ਸਾਜਾ, ਤੋਂ ਅਖੀਰ ਵਿੱਚ ਉਹ ਚਾਹੁੰਦਾ ਸੀ ਸੱਜਣਾ, ਅਤੇ ਅਖੀਰ ਵਿੱਚ ਜਦੋਂ ਉਸ ਨੂੰ ਉਹ ਆਉਣਾ ਚਾਹੁੰਦਾ ਸੀ, ਜਦੋਂ ਕਮੈਂਟ ਉਦੋਂ ਨਵਾਂ ਆਇਆ ਸੀ, ਅਤੇ ਕਈਆਂ ਕਹਿਣਾ ਵੀ ਸਿੰਘ ਸਾਜਾ, ਅਤੇ ਕਈਆਂ ਹੋਰਾਂ ਨੇ ਕਮੈਂਟ ਕਰਨੇ ਵੀ ਮਨ 'ਚ ਜਜ਼ਬਾ ਕਹਿੰਦੇ ਚਾਹੀਦਾ ਆ ਸਿੰਘ ਸੱਜਣ ਦੀ ਬਹੁਤੀ ਗੱਲ। ਐਸਾ ਨਹੀਂ ਬਿਲਕੁਲ ਵੀ ਸੋਚਣਾ, ਸੰਤ ਸਿਪਾਹੀ ਦਾ ਸੰਪੂਰਨ ਸਿਧਾਂਤ ਬਣਾਉਣਾ ਅਸੀਂ। ਸੋ ਇਸ ਕਰਕੇ ਮੈਂ ਬੇਨਤੀ ਆਪ ਜੀ ਨੂੰ ਇਹ ਕਰ ਰਿਹਾ ਸੀਗਾ ਵੀ ਮਹਾਰਾਜ ਕਹਿੰਦੇ ਅਗਾਂਹ ਕੂ ਤਰਾਂਗ ਪਿੱਛਾ, ਫਿਰ ਨਾ ਮੋਹ ਢੜਾ। ਮਿਸ ਜਵਾਨੀ ਕਿਸੇ ਮਿਸ ਗਾਈਡ ਨਾ ਹੋਵੇ ਕਿਤੇ, ਉਹ ਇਹ ਨਾ ਸੋਚੇ ਵੀ ਇਹ ਵੀ ਉਹਨੇ ਵੀ ਨਹੀਂ ਸੀ ਅੰਮ੍ਰਿਤ ਛਕਿਆ, ਉਹਦੇ ਮਨ 'ਚ ਬੜਾ ਜਜ਼ਬਾ ਸੀ ਬੜਾ, ਤੋ ਅੰਮ੍ਰਿਤ ਛਕਣ ਦੀ ਕੇਸ ਰੱਖਣ ਦੀ ਲੋੜ ਨਹੀਂ। ਇਸ ਤਰ੍ਹਾਂ ਨੌਜਵਾਨੀ ਮਿਸਗਾਈਡ ਨਾ ਹੋਵੇ, ਇਹ ਧਿਆਨ ਰੱਖਣਾ। ਮੈਂ ਬੇਨਤੀ ਸਮਾਪਤੀ ਕਰਾਂ ਕਿ ਜੇ ਗੁਰੂ ਦੀ ਪ੍ਰਾਪਤੀ, ਆਪਾਂ ਕੋਈ ਮੰਜ਼ਿਲ ਦੀ ਪ੍ਰਾਪਤੀ ਕਰਨਾ ਚਾਹੁੰਦੇ ਹਾਂ, ਤਾਂ ਗੁਰੂ ਦੀ ਕਿਰਪਾ ਨਾਲ ਹੋ ਸਕਦੇ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੰਗ ਦੇ ਮੈਦਾਨ ਵਿੱਚ ਨੇ, ਨਾਲ ਸੂਰਮੇ ਯੋਧੇ ਨੇ, ਅਤੇ ਮੁਗਲ ਅੱਗੇ ਲਾ ਕੇ ਭੱਜ ਉੱਠੇ। ਮਹਾਰਾਜ ਕਹਿੰਦੇ ਸਿੰਘੋ ਆ ਜਾਓ, ਸਿੰਘ ਮੁੜੇ ਨਹੀਂ ਜੋਸ਼ ਵਿੱਚ ਸਨ। ਗੁਰੂ ਸਾਹਿਬ ਜੀ ਜੰਗ 'ਚੋਂ ਬਾਹਰ ਚਲੇ ਗਏ, ਘੋੜਾ ਲੈ ਕੇ, ਮੁਗਲਾਂ ਦਾ ਜ਼ੋਰ ਪੈ ਗਿਆ, ਸਿੱਖ ਭੱਜ ਕੇ ਗਏ। ਮਹਾਰਾਜ ਬਚਾ ਹੁਣ ਸਹਾਇਤਾ ਕਰੋ ਜੀ, ਮੁਗਲਾਂ ਦਾ ਭਾਰ ਪੈ ਗਿਆ। ਮਹਾਰਾਜ ਜੀ ਕਹਿੰਦੇ ਵੀ ਤੁਹਾਨੂੰ ਰੋਕਿਆ ਸੀ, ਰੁਕੇ ਨਹੀਂ, ਮਹਾਰਾਜ ਬਖਸ਼ ਲਓ। ਫਿਰ ਮਹਾਰਾਜ ਜੀ ਕਲਗੀਧਰ ਸਾਹਿਬ ਜੀ ਜੰਗ ਦੇ ਮੈਦਾਨ ਵਿੱਚ ਆਏ, ਅਤੇ ਤਾਂ ਮੁਗਲਾਂ ਦਾ ਜ਼ੋਰ ਹਟਿਆ ਸੀ। ਇਸ ਕਰਕੇ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਗਿਆ ਕੀਜਾਏ। ਗੁਰੂ ਵੱਲ ਹੋਵੇਗਾ ਅਤੇ ਮੰਜ਼ਿਲਾਂ ਵੀ ਪ੍ਰਾਪਤ ਹੋਣਗੀਆਂ। ਸੋ ਗੁਰੂ ਕੇ ਸਿੱਖੋ, ਬਾਣੀ ਨਾਲ ਜੁੜੀਏ, ਏਕਤਾ ਬਣਾਈ ਰੱਖੀਏ। ਜੇ ਸੱਚਮੁੱਚ ਪ੍ਰਾਪਤੀ ਕਰਨੀ ਆ ਅਤੇ ਸੰਤ ਸਿਪਾਹੀ ਦਾ ਸਿਧਾਂਤ ਅਪਣਾਈਏ। ਚੜ੍ਹਦੀ ਕਲਾ ਨਾਲ ਏਕਤਾ ਨਾਲ ਪੰਥ ਦੀ ਲਈ ਆਪਾਂ ਇਕਜੁੱਟ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।